ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 1140। ਭੈਰੋ ਮਹੱਲਾ ਪੰਜਵਾ। ਤੂੰ ਕੜੀਏ ਜੇ ਹੋਵੇ ਬਾਹਰ। ਜੇ ਜੀਵਾਂ ਨੂੰ ਇਹ ਖਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ ਕਿਤੇ ਦੂਰ ਹੈ, ਤਦੋਂ ਹਰ ਗੱਲੋਂ ਚਿੰਤਾ ਕਰੀਂਦੀ ਹੈ। ਤਿਉਂ ਕੜੀਏ ਜੇ ਵਿਸਰੇ ਨਰ ਹਰ, ਤਦੋਂ ਹੀ ਝੂਰਦੇ ਰਹਿੰਦਾ ਹੈ ਜੇ ਪਰਮਾਤਮਾ ਸਾਡੇ ਮਨੋਂ ਭੁੱਲ ਜਾਏ। ਤਉਂ ਕੜੀਏ ਜੇ ਦੂਜਾ ਭਾਏ, ਜਦੋਂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਪਦਾਰਥ ਪਰਮਾਤਮਾ ਨਾਲੋਂ ਵਧੀਕ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਵੀ ਝੂਰਦੇ ਰਹਿੰਦਾ ਹੈ। ਕਿਆ ਕੜੀਏ ਜਾ ਰਿਹਾ ਸਮਾਏ, ਪਰ ਜਦੋਂ ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ ਝੂਰਾ ਮਿਟ ਜਾਂਦਾ ਹੈ। ਮਾਇਆ ਮੋਹ ਕੜੀ ਕੜ ਪਚਿਆ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਖਿੱਚ ਖਿੱਚ ਕੇ ਆਤਮਿਕ ਮੌਤ ਮਰਦਾ ਰਹਿੰਦਾ ਹੈ। ਬਿਨ ਨਾਵੈ ਭਰਮ 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 ਖਪਿਆ ਰਹਾਓ। ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੀ ਖਾਤਰ ਭਟਕ ਕੇ ਖੁਆਰ ਹੁੰਦਾ ਰਹਿੰਦਾ ਹੈ। ਰਹਾਓ। ਤੂੰ ਕੜੀਏ ਜੇ ਦੂਜਾ ਕਰਤਾ। ਜੇ ਖਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ ਫਿਕਰ ਵਿੱਚ ਫਸੇ ਰਹਿੰਦਾ ਹੈ। ਤਿਉਂ ਕੜੀਏ ਜੇ ਅਨਾਏ ਕੋ ਮਰਤਾ, ਤਦੋਂ ਹੀ ਝੂਰੀਂਦਾ ਹੈ ਜੇ ਇਹ ਖਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਮਰ ਸਕਦਾ ਹੈ। ਤੂੰ ਕੜੀਏ ਜੇ ਕਿਛ ਜਾਣੇ ਨਹੀਂ। ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੇ ਲੋੜਾਂ ਜਾਣਦਾ ਨਹੀਂ ਹੈ, ਤਾਂ ਵੀ ਝੂਰਦੇ ਰਹਿੰਦਾ ਹੈ। ਕਿਆ ਕੜੀਏ ਜਾ ਭਰਪੂਰ ਸਮਾਹੀ, ਪਰ ਜੇ ਇਹ ਪ੍ਰਭੂ ਜੇ ਤੂੰ ਤਾਂ ਹਰ ਥਾਂ ਮੌਜੂਦ ਹੈ, ਫਿਰ ਅਸੀਂ ਚਿੰਤਾ ਫਿਕਰ ਕਿਉਂ ਕਰੀਏ। ਤਿਉਂ ਕੜੀਏ ਜੇ ਕਿਛ ਹੋਏ ਤਿਗਾਹਣੇ, ਫਿਰ ਚਿੰਤਾ ਫਿਰ ਕਿਉਂ ਨਹੀਂ ਕੀਤਾ ਜਾਏ। ਕੁਝ ਵੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੁੰਦਾ। ਤਿਉਂ ਕੜੀਏ ਜੇ ਭੂਲ ਰੁਝਾਣੇ, ਕਿਸੇ ਨੂੰ ਵੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ ਫਿਕਰ ਕਿਉਂ ਕੀਤਾ ਜਾਏ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ। ਗੁਰੂ ਤੇ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ। ਤਬ ਕਾਲਾ ਛੋੜ ਅਚਿੰਤ ਹਮ ਸੋਤੇ। ਇਸ ਵਾਸਤੇ ਅਸੀਂ ਤਾਂ ਚਿੰਤਾ ਫਿਕਰ ਛੱਡ ਕੇ ਉਸ ਦੀ ਰਜਾ ਵਿੱਚ ਬੇਫਿਕਰ ਟਿਕੇ ਹੋਏ ਹਾਂ। ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ। ਹੈ ਪ੍ਰਭੂ ਤੂੰ ਸਭ ਜੀਵਾਂ ਦਾ ਮਾਲਕ ਹੈ, ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ। ਜੋ ਭਾਵੈ ਤੂੰ ਕਰੇ ਨਿਮੇਰਾ। ਜਿਵੇਂ ਤੇਰੀ ਰਜਾ ਹੁੰਦੀ ਹੈ, ਤੂੰ ਜੀਵਾਂ ਦੀ ਕਿਸਮਤ ਦਾ ਫੈਸਲਾ ਕਰਦਾ ਹੈ। ਦੁਤੀਆਂ ਨਾਸ ਇੱਕ ਰਿਹਾ ਸਮਾਏ। ਹੇ ਪ੍ਰਭੂ ਤੈਥੋਂ ਬਿਨਾਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈ। ਰਾਖੋ ਪੈਜ ਨਾਨਕ ਸਰਨਾਏ। ਹੇ ਨਾਨਕ ਪ੍ਰਭੂ ਦੇ ਦਰ ਤੋਂ ਹੀ ਅਰਦਾਸ ਕਰਿਆ ਕਰ ਕਿ ਹੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਲਾਜ ਰੱਖ। ਭੈਰੋ ਮਹੱਲਾ ਪੰਜਵਾ। ਬਿਨ ਬਾਜੇ ਕੈਸੋ ਨਿਰਤਕਾਰੀ। ਨਾਚ ਦੇ ਨਾਲ ਸਾਜ਼ਾਂ ਤੋਂ ਬਿਨਾਂ ਨਾਚ ਫੱਬਦਾ ਨਹੀਂ। ਬਿਨ ਕੰਠੇ ਕੈਸੇ ਗਾਵਣਹਾਰੀ। ਗਲੇ ਤੋਂ ਬਿਨਾਂ ਕੋਈ ਗਵੱਈਆ ਗਾ ਨਹੀਂ ਸਕਦਾ। ਝੀਲ ਬਿਨਾਂ ਕੈਸੇ ਵੱਜੇ ਰਬਾਬ। ਤੰਤੀ ਤੋਂ ਬਿਨਾਂ ਰਬਾਬ ਨਹੀਂ ਵੱਜ ਸਕਦੀ। ਤੰਦੀ ਤੋਂ ਬਿਨਾਂ ਰਬਾਬ ਨਹੀਂ ਵੱਜ ਸਕਦੀ। ਨਾਮ ਬਿਨਾਂ ਬਿਰਥੇ ਸਭ ਕਾਜ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਦੁਨੀਆ ਦੇ ਹੋਰ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ।
ਨਾਮ ਬਿਨਾ ਕਹੋ ਕੋ ਤਰਿਆ। ਦਸ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਬਿਨ ਸਤਿਗੁਰ ਕੈਸੇ ਪਾਰ ਭਰਿਆ। ਰਹਾਉ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ। ਰਹਾਉ ਬਿਨ ਜੀਵਾ ਕਹਾਂ ਕੋ ਵਕਤਾ। ਜੀਵ ਤੋਂ ਬਿਨਾ ਕੋਈ ਬੋਲਣ ਯੋਗ ਨਹੀਂ ਹੋ ਸਕਦਾ। ਬਿਨ ਸਰਵਣਾ ਕਹਾਂ ਸੇ ਸੁਣਤਾ। ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ। ਬਿਨ ਨੇਤਰਾਂ ਕਹਾਂ ਕੋ ਵੇਖੇ। ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ। ਨਾਮ ਬਿਨਾ ਨਰ ਕਹੀਂ ਨਾ ਲੇਖਾ। ਇਸੇ ਤਰ੍ਹਾਂ ਪਰਮਾਤਮਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ ਗਿੱਛ ਵਿੱਚ ਨਹੀਂ ਹੈ। ਬਿਨ ਵਿਦਿਆ ਕਹਾਂ ਕੋਈ ਪੰਡਿਤ। ਵਿਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦਾ। ਬਿਨ ਅਮਰੇ ਕੈਸੇ ਰਾਜ ਮੰਡਿਤ। ਰਾਜਿਆਂ ਦੇ ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ। ਬਿਨ ਬੂਝੇ ਕਹਾਂ ਮਨ ਠਹਿਰਾਨਾ। ਆਤਮਿਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ। ਨਾਮ ਬਿਨਾ ਸਭ ਜਗਤ ਬੋਰਾਨਾ। ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਬਿਨ ਬਰਾਗ ਕਹਾਂ ਕੋ ਬਰਾਗੀ। ਜੇ ਬਰਾਗੀ ਦੇ ਅੰਦਰ ਮਾਇਆ ਵੱਲੋਂ ਨਿਰਮੋਹਤਾ ਨਹੀਂ ਤਾਂ ਉਹ ਬਰਾਗੀ ਕਾਹਦਾ। ਬਿਨ ਹਉ ਤਿਆਗ ਕਹਾਂ ਕੋ ਤਿਆਗੀ। ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ। ਬਿਨ ਬਸ ਪੰਚ ਕਹਾਂ ਮਨ ਚੂਰੇ। ਕਾਮਲਿਕ ਪੰਜਾਂ ਨੂੰ ਵਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ। ਨਾਮ ਬਿਨਾ ਸਦ ਹੀ ਝੂਰੇ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਚਿੰਤਾ ਫਿਕਰਾਂ ਵਿੱਚ ਪਿਆ ਰਹਿੰਦਾ ਹੈ। ਬਿਨ ਗੁਰ ਦਿਖਿਆ ਕੈਸੇ ਗਿਆਨ। ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਿਕ ਜੀਵਨ ਦੀ ਸੂਝ ਨਹੀਂ ਹੋ ਸਕਦੀ। ਬਿਨ ਪੇਖੇ ਕੋ ਕੈਸੇ ਧਿਆਨ। ਉਹ ਸਮਾਧੀ ਕਾਹਦੀ ਜੋ ਆਪਣੇ ਇਸ਼ਟ ਦਾ ਦਰਸ਼ਨ ਨਹੀਂ ਹੁੰਦਾ। ਬਿਨ ਪੈ ਕਥਨੀ ਸਰਬ ਵਿਕਾਰ। ਪਰਮਾਤਮਾ ਦਾ ਆਰਾਧਨ ਹਿਰਦੇ ਵਿੱਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਝ ਗਿਆਨਤਾ ਵਿਕਾਰਾਂ ਦਾ ਮੂਲ ਹੈ। ਕਹੋ ਨਾਨਕ ਦਰ ਕਾ ਵਿਚਾਰ। ਨਾਨਕ ਆਖਦਾ ਹੈ ਪਰਮਾਤਮਾ ਦੇ ਦਰ ਤੇ ਪਹੁੰਚਾਉਣ ਵਾਲੀ ਇਹ ਵਿਚਾਰ ਹੈ। ਭੈਰੋ ਮਹੱਲਾ ਪੰਜਵਾਂ। ਹਉਮੈ ਰੋਕ ਮਨ ਕੋ ਦੀਨਾ। ਪਰਮਾਤਮਾ ਨੇ ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ। ਕਾਮ ਰੋਗ ਮੈਗਲ ਵਸ ਲੀਨਾ। ਕਾਮ ਵਾਸਨਾ ਰੋਗ ਨੇ ਹਾਥੀ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਦ੍ਰਿਸ਼ਟ ਰੋਗ ਪੰਚ ਮੂਏ ਪਤੰਗਾ। ਦੀਵੇ ਦੇ ਲਾਟ ਨੂੰ ਵੇਖ ਕੇ ਰੋਗ ਦੇ ਕਾਰਨ ਪਤੰਗੇ ਦੀਵੇ ਦੇ ਲਾਟ ਉੱਤੇ ਸੜ ਮਰਦੇ ਹਨ। ਨਾਦ ਰੋਗ ਖਪ ਗਏ ਕੁਰੰਗਾ। ਘੰਡੇ ਹੇੜੇ ਦੀ ਆਵਾਜ਼ ਸੁਣਨ ਦੇ ਰੋਗ ਦੇ ਕਾਰਨ ਹਿਰਨ ਖੁਆਰ ਹੁੰਦੇ ਹਨ। ਜੋ ਦਿਸੈ ਸੋ ਰੋਗੀ। ਜਿਹੜਾ ਜੀਵ ਜਗਤ ਵਿੱਚ ਦਿਸ ਰਿਹਾ ਹੈ ਹਰੇਕ ਕਿਸੇ ਦਾ ਕਿਸੇ ਰੋਗ ਵਿੱਚ ਫਸਿਆ ਹੋਇਆ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰਹਾਉ ਅਸਲ ਜੋਗੀ ਮੇਰਾ ਸਤਿਗੁਰੂ ਹੈ। ਰੋਗਾਂ ਤੋਂ ਰਹਿਤ ਹੈ। ਰਹਾਉ ਜੀਵਾ ਰੋਗ ਮੀਨ ਗਿਰਸਾਨੋ। ਜੀਵ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ। ਵਾਸਨ ਰੋਗ ਭਵਰ ਬਿਨਸਾਨੋ। ਸੁਗੰਧੀ ਦੇ ਰੋਗ ਦੇ ਕਾਰਨ ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ ਭੋਰਾ ਫੁੱਲ ਵਿੱਚ ਮਿਟਿਆ ਜਾ ਕੇ ਨਾਸ ਹੋ ਜਾਂਦਾ ਹੈ। ਹੇਤ ਰੋਗ ਕਾ ਸਗਲ ਸੰਸਾਰ। ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ। ਤਿਰਵਿਦ ਰੋਗ ਤਿਰਗ ਮੋਗ ਮਹਿ ਵਧੇ ਵਿਕਾਰ। ਤ੍ਰੈ ਗੁਣੀ ਮਾਇਆ ਦੇ ਮੋਹ ਦੇ ਰੋਗ ਵਿੱਚ ਵੱਝੇ ਹੋਏ ਜੀਵ ਅਨੇਕ ਵਿਕਾਰ ਕਰਦੇ ਹਨ। ਰੋਗੇ ਮਰਤਾ ਰੋਗੇ ਜਨਮੈ। ਮਨੁੱਖ ਕਿਸੇ ਨਾ ਕਿਸੇ ਆਤਮਿਕ ਰੋਗ ਵਿੱਚ ਫਸਿਆ ਹੋਇਆ ਹੀ ਮਰ ਜਾਂਦਾ। ਕਿਸੇ ਨਾ ਕਿਸੇ ਆਤਮਿਕ ਰੋਗ ਵਿੱਚ ਗ੍ਰਸਿਆ ਹੋਇਆ ਹੀ ਜੰਮਦਾ ਹੈ। ਰੋਗੇ ਫਿਰ ਜੋਨੀ ਭਰਮੈ। ਉਹ ਰੋਗ ਦੇ ਕਾਰਨ ਹੀ ਮੁੜ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਰੋਗ ਵੱਧ ਕਹਿ ਰਹਿਣ
ਰੱਤੀ ਨਾ ਪਾਵੈ ਰੋਗ ਤੋਂ ਬੰਧਨਾਂ ਤੋਂ ਕਾਰਨ ਜੂਨਾਂ ਵਿੱਚ ਭਟਕਣ ਤੋਂ ਰਤਾ ਭਰ ਵੀ ਖਲਾਸੀ ਨਹੀਂ ਪਾ ਸਕਦਾ। ਮਨ ਸਤਿਗੁਰ ਰੋਗ ਕਤੇ ਨਾ ਜਾਵੈ, ਗੁਰੂ ਦੀ ਸਰਨ ਤੋਂ ਬਿਨਾਂ ਇਹ ਰੋਗ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੁੰਦਾ। ਪਾਰ ਬ੍ਰਹਮ ਜਿਸ ਕੀਨੀ ਦਇਆ, ਜਿਸ ਮਨੁੱਖ ਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ, ਬਾਹਾਂ ਪਕੜ ਰੋਗ ਕੱਢ ਲਿਆ, ਉਸਨੂੰ ਉਸਨੇ ਬਾਂਹ ਫੜ ਕੇ ਰੋਗ ਵਿੱਚੋਂ ਬਚਾ ਲਿਆ। ਟੂਟੇ ਬੰਧਨ ਸਾਧ ਸੰਗ ਪਾਇਆ, ਜਦੋਂ ਉਸਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਤਾਂ ਉਸਨੇ ਆਤਮਿਕ ਰੋਗ ਦੇ ਸਾਰੇ ਬੰਧਨ ਕੱਟੇ ਗਏ। ਕਹੋ ਨਾਨਕ ਗੁਰੂ ਰੋਗ ਮਿਟਾਇਆ। ਨਾਨਕ ਆਖਦਾ ਕਿ ਜਿਹੜਾ ਵੀ ਮੈਨੂੰ ਗੁਰੂ ਦੀ ਸ਼ਰਨ ਪਿਆ ਉਸਨੇ ਉਸਦਾ ਰੋਗ ਮਿਟਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।